ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਘ ਮਹੀਨੇ ਦੀ ਇਹ ਸੰਗਰਾਂਦ ਪੰਚਮ ਪਿਤਾ 12 ਮਾਹ ਦੀ ਬਾਣੀ ਵਿੱਚ ਸਾਨੂੰ ਸੰਦੇਸ਼ ਦੇ ਰਹੇ ਹਨ। ਮਾਘ ਮਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ, ਜੀ ਦਇਆ ਪਰਵਾਨ। ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਪੰਚਮ ਪਿਤਾ ਸਾਨੂੰ ਇਹ ਸਰਬਕਾਲਿਕ ਸੰਦੇਸ਼ ਦੇ ਰਹੇ ਹਨ। ਇਸ ਮਹੀਨੇ ਦੀ ਵਿਚਾਰ ਕਰੀਏ, ਇਸ ਤੋਂ ਪਹਿਲਾਂ ਦ੍ਰਿੜ ਕਰੀਏ। ਰੈਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਘੜੀ ਮੂਰਤ ਸਿਮਰਤ ਪਲ ਵੰਝੈ, ਜੀਵਨ ਸਫਲ ਤਿਥਾਈ ਜੀਓ। ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਰਹੇ ਹਨ ਕਿ ਉਹ ਰਾਤ ਅਤੇ ਦਿਨ ਸੋਹਣਾ ਹੈ ਜਿਸ ਵੇਲੇ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਪ੍ਰਭੂ ਦੀ ਯਾਦ ਬਣੀ ਰਹੇ ਅਤੇ ਜਿਸ ਪ੍ਰਾਣੀ ਨੂੰ ਜਿਸ ਘੜੀ ਮੂਹਰਤ ਜਾਂ ਪਲ ਵਿੱਚ ਪ੍ਰਭੂ ਦੀ ਯਾਦ ਬਣੀ ਰਹਿੰਦੀ ਹੈ, ਉਸ ਦਾ ਸਾਰਾ ਜੀਵਨ ਹੀ ਸਫਲ ਹੁੰਦਾ ਹੈ। ਉਹ ਕਿਸੇ ਘੜੀ ਮੂਰਤ ਦਾ ਮੁਤਾਜ ਨਹੀਂ ਹੁੰਦਾ। ਮਾਘ ਮਜਨ ਸੰਗ ਸਾਧੂਆ, ਮਜਨ ਤੋਂ ਭਾਵ ਚੁੱਭੀ ਹੈ। ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ ਕਿ ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮਜਨ ਇਸ਼ਨਾਨ। ਗੁਰੂ ਦੀ ਸਿੱਖਿਆ ਦੇ, ਗੁਰੂ ਦੇ ਜਸ ਰਾਹੀਂ ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰੀਏ। ਇਹ ਕਈ ਕਰੋੜ ਚੁੱਭੀਆਂ ਦੇ ਬਰਾਬਰ ਹੈ, ਕਈ ਕੋਟ ਇਸ਼ਨਾਨ ਦੇ ਬਰਾਬਰ ਹੈ। ਗੁਰੂ ਸਾਹਿਬ ਫਿਰ ਦ੍ਰਿੜ ਕਰਾ ਰਹੇ ਹਨ, ਜਤ ਸਤ ਤੀਰਥ ਮਜਨ ਨਾਮ। ਇਹ ਸਾਰਾ ਕੁਝ ਨਾਮ ਦੇ ਵਿੱਚ ਹੈ। ਇਸ ਤੋਂ ਇਲਾਵਾ ਇਹ ਚੀਜ਼ਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕੋਟ ਮਜਨ ਕੀਨੇ ਇਸ਼ਨਾਨ, ਲੱਖ ਅਰਬ ਖਰਬ ਦੀਨੇ ਦਾਨ। ਜਾ ਮਨ ਵਸਿਓ ਹਰ ਕੋ ਨਾਮ। ਜਿਹਨੇ ਇੰਨਾ ਕੁਛ ਦਾਨ ਕਰ ਲਿਆ ਕਿ ਖਰਬਾਂ ਰੁਪਏ ਦਾਨ ਕਰਤੇ ਅਤੇ ਕਰੋੜਾਂ ਵਾਰੀ ਇਸ਼ਨਾਨ ਕਰ ਲਿਆ, ਔਰ ਉਸ ਬੰਦੇ ਦੇ ਬਰਾਬਰ ਉਹ ਬੰਦਾ ਫੇਰ ਵੀ ਉੱਚਾ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ। ਗੁਰੂ ਸਾਹਿਬ ਅੱਗੇ ਦ੍ਰਿੜ ਕਰਾ ਰਹੇ ਹਨ ਕਿ ਵਰਤ ਨੇ ਮਜਨ ਤਿਸ ਪੂਜਾ, ਵੇਦ ਪੁਰਾਣ ਤਿਨ ਅੰਮ੍ਰਿਤ ਸੁਨੀਜਾ। ਮਹਾ ਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕੈ ਹਰ ਹਰ ਨਾਮ। ਭਾਵ ਸਾਨੂੰ ਗੁਰੂ ਸਾਹਿਬ ਇੱਥੇ ਮਜਨ ਜਿਹੜਾ ਹੈ ਉਹ ਸੰਗਤ ਦੇ ਵਿੱਚ ਕਰਨ ਲਈ ਪ੍ਰੇਰਨਾ ਕਰ ਰਹੇ ਹਨ। ਸਿੱਖ ਵਾਸਤੇ ਮਜਨ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਨੀ ਹੈ। ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ। ਅੱਜ ਆਪਾਂ ਮਾਘ ਦੇ ਮਹੀਨੇ ਦੀ ਵਿਚਾਰ ਕਰ ਰਹੇ ਹਾਂ। ਮਾਘ ਦਾ ਮਹੀਨਾ ਸੰਗਰਾਂਦ, ਸਿੱਖ ਪੰਥ ਨੇ ਇਹ ਦਿਨ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਹੋਇਆ ਹੈ। ਇਹ ਦਿਨ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਚਮਕੌਰ ਦੀ ਗੜੀ
ਚਮਕੌਰ ਦੀ ਗੜੀ ਤੋਂ ਚੱਲ ਕੇ ਗੁਰੂ ਸਾਹਿਬ ਮਾਛੀਵਾੜੇ ਤੋਂ ਕਟਾਨੀ, ਕਨੌਜ, ਆਲਮਗੀਰ, ਮੇਰੀ, ਹੇਰ, ਕਮਾਲਪੁਰਾ, ਲੰਮੀ, ਸਿਆਲੇਆਣੀ, ਰਾਏਕੋਟ ਤੋਂ ਚਲਦੇ ਹੋਏ ਦੀਨਾ ਪਹੁੰਚੇ। ਦੀਨੇ ਤੋਂ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ। ਗੁਰੂ ਸਾਹਿਬ ਦੀਨੇ ਕਾਫੀ ਸਮਾਂ ਠਹਿਰੇ। ਗੁਰੂ ਸਾਹਿਬ ਨੇ ਇੱਥੇ ਮੁੜ ਫੌਜ ਇਕੱਠੀ ਕੀਤੀ। ਇੱਥੇ ਹੀ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਸ਼ਾਹੀ ਫੌਜ ਚੜ੍ਹਾਈ ਕਰਕੇ ਆ ਰਹੀ ਹੈ, ਪਰ ਇਹ ਜੋ ਸਥਾਨ ਸੀ ਇਹ ਯੁੱਧ ਦੇ ਹਿਸਾਬ ਨਾਲ ਠੀਕ ਨਹੀਂ ਸੀ। ਗੁਰੂ ਸਾਹਿਬ ਨੇ ਦੀਨੇ ਤੋਂ ਚੱਲ ਕੇ ਕਾਂਗੜ ਹੁੰਦੇ ਹੋਏ ਕੋਟਕਪੂਰੇ ਪੁੱਜੇ। ਕੋਟਕਪੂਰਾ ਜੋ ਹੈ ਬੇਸ਼ੱਕ ਗੁਰੂ ਸਾਹਿਬ ਦਾ ਸਿੱਖ ਸੀਗਾ। ਸ਼ਾਹੀ ਫੌਜ ਨਾਲ ਗੁਰੂ ਸਾਹਿਬ ਇੱਥੇ ਹੀ ਰੁਕ ਕਰਕੇ ਫੌਜ ਦਾ ਟਾਕਰਾ ਕਰਨਾ ਚਾਹੁੰਦੇ ਸਨ, ਪਰ ਕਪੂਰਾ ਸ਼ਾਹੀ ਫੌਜ ਕੋਲੋਂ ਡਰ ਗਿਆ। ਗੁਰੂ ਸਾਹਿਬ ਨੇ ਸਥਿਤੀ ਨੂੰ ਭਾਂਪਿਆ ਤੇ ਤੁਰੰਤ ਹੀ ਅੱਗੇ ਨੂੰ ਚਾਲੇ ਪਾ ਦਿੱਤੇ, ਪਰ ਫੌਜ ਵੀ ਵਾਹੋ-ਦਾਹੀ ਚੜ੍ਹੀ ਆ ਰਹੀ ਸੀ। ਗੁਰੂ ਸਾਹਿਬ ਇੱਕ ਪਾਣੀ ਦੇ ਸੋਮੇ, ਜਿਸ ਨੂੰ ਢਾਬ ਕਿਹਾ ਜਾਂਦਾ ਹੈ, ਖਿਦਰਾਣੇ ਦੀ ਢਾਬ ਦੇ ਨਾਲ ਇਹ ਜਗ੍ਹਾ ਮਹਿਸੂਰ ਸੀ। ਇਹਦੇ ਕੋਲ ਗੁਰੂ ਸਾਹਿਬ ਨੇ ਇੱਕ ਉੱਚੀ ਜਿਹੇ ਟਿੱਬੇ 'ਤੇ ਰੁਕ ਕੇ ਸ਼ਾਹੀ ਫੌਜ ਦਾ ਮੁਕਾਬਲਾ ਕਰਨ ਦਾ ਮਨ ਬਣਾ ਲਿਆ। ਸ਼ਾਹੀ ਫੌਜ ਨਾਲ ਦੋ ਹੱਥ ਇੱਥੇ ਹੀ ਕਰਨੇ ਗੁਰੂ ਸਾਹਿਬ ਨੇ ਠੀਕ ਸਮਝੇ ਔਰ ਮੋਰਚਾਬੰਦੀ ਇਸ ਢੰਗ ਨਾਲ ਕੀਤੀ ਕਿ ਢਾਬ ਦੇ ਆਲੇ ਦੁਆਲੇ ਇਸ ਤਰ੍ਹਾਂ ਸਿੰਘਾਂ ਦੇ ਕੱਪੜੇ ਟੰਗ ਦਿੱਤੇ ਗਏ ਕਿ ਫੌਜ ਨੂੰ ਇਹ ਲੱਗੇ ਕਿ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਔਰ ਇਸ ਸਥਾਨ 'ਤੇ ਹੀ ਗੁਰੂ ਸਾਹਿਬ ਨੇ ਫੌਜ ਨਾਲ ਟਾਕਰਾ ਕਰਨਾ ਕੀਤਾ। ਔਰ ਇਸੇ ਹੀ ਥਾਂ 'ਤੇ ਜੋ ਸਿੰਘ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਭੁੱਖ ਤੋਂ ਡਰ ਕੇ, ਮੌਤ ਤੋਂ ਡਰ ਕੇ ਅਤੇ ਹੋਰ ਲਾਲਚਾਂ ਕਰਕੇ ਬੇਦਾਵੇ ਦੇ ਆਏ ਸਨ, ਉਹ ਆਪਣੀ ਭੁੱਲ ਨੂੰ ਪਹਿਚਾਣ ਚੁੱਕੇ ਸਨ ਔਰ ਉਹ ਵਾਪਸ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਕੋਲ ਇੱਥੇ ਹੀ ਆ ਕਰਕੇ ਮਿਲੇ। ਔਰ ਇੱਥੇ ਦਾ ਮਾਹੌਲ ਵੇਖਿਆ ਤਾਂ ਇਹਨਾਂ 40 ਸਿੰਘਾਂ ਨੇ ਇੱਥੇ ਲੜ ਕਰਕੇ ਸ਼ਹੀਦੀਆਂ ਪਾਈਆਂ। ਮੁਗਲ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਇਆ। ਮੁਗਲ ਫੌਜ ਹਾਰ ਖਾ ਕੇ ਇਹ ਜਗ੍ਹਾ ਛੱਡ ਕੇ ਭੱਜ ਗਈ। ਗੁਰੂ ਸਾਹਿਬ ਮੈਦਾਨ ਨੂੰ ਸੰਭਾਲ ਰਹੇ ਸਨ। ਕੀ ਵੇਖਦੇ ਹਨ ਕਿ ਅਜੇ ਮਹਾਂ ਸਿੰਘ ਸਾਹ ਲੈ ਰਿਹਾ ਹੈ। ਗੁਰੂ ਸਾਹਿਬ ਉਹਦੇ ਕੋਲ ਪੁੱਜੇ, ਉਹਨੂੰ ਸੰਭਾਲਿਆ ਔਰ ਸੰਭਾਲਣ 'ਤੇ ਮਹਾਂ ਸਿੰਘ ਨੇ ਇੱਕੋ ਇੱਕ ਮੰਗ ਕੀਤੀ ਕਿ ਗੁਰੂ ਸਾਹਿਬ ਜੇ ਤੁੱਠੇ ਹੋ ਤੇ ਸਾਡੇ 40 ਦਾ ਹੀ ਜੋ ਬਦਾਵਾ ਅਸੀਂ ਆਪ ਜੀ ਨੂੰ ਲਿਖ ਕੇ ਦੇ ਆਏ ਸੀ, ਇਸ ਨੂੰ ਪਾੜ ਦਿੱਤਾ ਜਾਵੇ। ਇਸੇ ਥਾਂ 'ਤੇ ਗੁਰੂ ਸਾਹਿਬ ਨੇ ਬੇਦਾਵਾ ਉਹਨਾਂ ਦਾ ਪਾੜਿਆ ਤੇ ਉਹਨਾਂ ਨੂੰ ਗੁਰੂ ਵੱਲੋਂ ਮੁੱਖ ਮੋੜਨ ਦੇ ਕਲੰਕ ਤੋਂ ਹਮੇਸ਼ਾ ਵਾਸਤੇ ਮੁਕਤ ਕਰ ਦਿੱਤਾ। ਇਸੇ ਕਰਕੇ ਹੀ ਇਹ ਸਥਾਨ ਮੁਕਤਸਰ ਕਰਕੇ ਜਾਣਿਆ ਜਾਂਦਾ ਹੈ। ਇਸ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਸੁਸ਼ੋਭਿਤ ਹੈ। ਮਾਘੀ ਦਾ ਇਹ ਦਿਨ, ਸੰਗਰਾਂਦ ਦਾ ਇਹ ਦਿਨ, ਪੁਰਾਤਨ ਹਿੰਦੂ ਸਮਾਜ ਵਿੱਚ ਮਾਘ ਦੀ ਸੰਗਰਾਂਦ ਦਾ ਬਹੁਤ ਵੱਡਾ ਮਹੱਤਵ ਹੈ। ਇਸ ਦਿਨ ਆਪਣੇ ਅਗਲੇ ਜਨਮ ਨੂੰ ਸਵਾਰਨ ਲਈ ਅਤੇ ਪੂਰਵਜਾਂ ਦੇ ਨਿਮਿਤ ਦਾਨ ਕਰਨ ਦੀ ਪ੍ਰਥਾ ਹੈ। ਇਸ ਦੇ ਨਾਲ ਹੀ ਆਪਣੀ ਅਤੇ ਉਹਨਾਂ ਦੀ ਭਾਵ ਪੂਰਵਜਾਂ ਦੀ ਮੁਕਤੀ ਲਈ ਪ੍ਰਯਾਗ ਵਿੱਚ ਇਸ਼ਨਾਨ ਵੀ ਕੀਤੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਹੀ ਪੁਰਾਤਨ ਸਿੰਘਾਂ ਨੇ ਸਿੱਖਾਂ ਨੂੰ ਗੁਰੂ ਦੀ ਸਿੱਖਿਆ ਦੇ ਨਾਲ ਜੋੜਨ ਲਈ ਇਸ ਥਾਂ 'ਤੇ ਮਾਘੀ ਦੀ ਸੰਗਰਾਂਦ ਦੇ ਦਿਨ ਜੋੜ ਮੇਲਾ ਸ਼ੁਰੂ ਕੀਤਾ ਅਤੇ ਇਸ ਦਿਨ ਸਿੱਖ ਇਤਿਹਾਸ ਦੇ ਇਹਨਾਂ ਪੱਤਰਿਆਂ ਨੂੰ ਪ੍ਰਚਾਰਿਆ ਅਤੇ ਵਿਚਾਰਿਆ ਜਾਂਦਾ ਹੈ। ਸੋ ਇਹ ਮਹੀਨਾ ਜੋ ਇਹ ਸੰਗਰਾਂਦ ਹੈ, ਸਿੱਖ ਪੰਥ ਵੱਲੋਂ ਇਹਨਾਂ
40 ਮੁਕਤਿਆਂ ਨੂੰ ਸਮਰਪਿਤ ਹੈ। ਅੱਜ ਮਾਘ ਦੇ ਮਹੀਨੇ ਤੇ ਆਪਾਂ ਪੰਚਮ ਪਿਤਾ ਦਾ ਇਹ ਸੰਦੇਸ਼ ਸਾਂਝਾ ਕਰ ਰਹੇ ਹਾਂ, ਜੋ 12 ਮਾਹ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਮਾਘ ਮੱਜਨ ਸੰਗ ਸਾਧੂਆ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਹੇ ਪ੍ਰਾਣੀ, ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹੈ ਤਾਂ ਗੁਰੂ ਪਿਆਰਿਆਂ ਦੀ ਸੰਗਤ ਕਰਨੀ ਕਰ, ਭਾਵ ਸਾਧ ਸੰਗਤ ਵਿੱਚ ਆ ਅਤੇ ਗੁਰੂ ਦੀ ਸਿੱਖਿਆ ਤੇ ਚੱਲਣਾ ਕਰ। ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰ, ਇਸ ਤੇ ਚੱਲਣਾ ਕਰ। ਹਰੀ ਦਾ ਨਾਮ, ਭਾਵ ਗੁਰੂ ਦੀ ਸਿੱਖਿਆ ਨੂੰ ਮਨ ਬਚ ਕਰਮ ਵਿੱਚ ਲੈ ਕਰਕੇ ਆ। ਹਰ ਕਾ ਨਾਮ ਧਿਆਏ, ਧਿਆਨ ਦਾ ਸਿੱਧਾ ਅਰਥ ਹੈ ਕਿ ਜਦੋਂ ਤੱਕ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਾਂਗੇ ਤਾਂ ਧਿਆਉਣਾ ਪੂਰਾ ਨਹੀਂ ਹੁੰਦਾ। ਸੋ ਗੁਰੂ ਸਾਹਿਬ ਇੱਥੇ ਦ੍ਰਿੜ ਕਰਾ ਰਹੇ ਹਨ ਕਿ ਹਰ ਕਾ ਨਾਮ ਧਿਆਏ ਸੁਣ। ਇਹਦੇ ਨਾਲ ਕੀ ਹੋਏਗਾ? ਜੋ ਅੰਦਰ ਹੈ ਉਹ ਸਾਫ਼ ਹੋ ਜਾਏਗਾ। ਗੁਰੂ ਦੀ ਸਿੱਖਿਆ ਤੇ ਚੱਲੇਗਾ, ਇਸ ਰਾਸਤੇ ਤੇ ਆਪ ਵੀ ਚੱਲ ਤੇ ਸੰਗਤ ਵਿੱਚ ਬੈਠ ਕਰਕੇ ਬਾਕੀਆਂ ਨੂੰ ਵੀ ਚੱਲਣ ਲਈ ਪ੍ਰੇਰਨਾ ਕਰ। ਸਭਨਾਂ ਨੂੰ ਕਰ ਦਾਨ, ਇਸ ਹਰੀ ਦੇ ਨਾਮ ਦਾ ਦਾਨ ਕਰਨਾ ਕਰ, ਭਾਵ ਇਹ ਸਿੱਖਿਆ ਸੰਗਤ ਵਿੱਚ ਆ ਕਰਕੇ ਸਾਂਝੀ ਕਰਨੀ ਕਰੋ। ਇਹ ਹੀ ਮਾਘ ਮਹੀਨੇ ਦਾ ਇਸ਼ਨਾਨ ਗੁਰਸਿੱਖ ਵਾਸਤੇ ਹੈ। ਅਗਲੀ ਪੰਕਤੀਆਂ ਵਿੱਚ ਸਾਨੂੰ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਈਐ, ਬਿਨਸੈ ਲੋਭ ਸੁਆਨ। ਇਹਦਾ ਇਸ਼ਨਾਨ ਕਰਨ ਨਾਲ, ਸੰਗਤ ਦੇ ਵਿੱਚ ਇਸ਼ਨਾਨ ਕਰਨ ਨਾਲ ਜਨਮ ਦੀ ਮੈਲ ਉਤਰ ਜਾਂਦੀ ਹੈ। ਭਾਵ ਤੂੰ ਸਾਰਾ ਜੀਵਨ ਹੀ ਇੱਧਰ ਉੱਧਰ ਅਹੰਕਾਰ ਵਿੱਚ ਕੁਕਰਮ ਕਰਦੇ ਕੱਢ ਲਿਆ ਹੈ, ਉਸ ਤੋਂ ਆਪਣੇ ਆਪ ਨੂੰ ਵਰਜ ਸਕੇਗਾ ਕਦੋਂ? ਸੰਗਤ ਵਿੱਚ ਆਏਗਾ ਅਤੇ ਗੁਰੂ ਦੀ ਸਿੱਖਿਆ ਨੂੰ ਵਿਚਾਰੇਗਾ ਤੇ ਉਸ ਤੇ ਚੱਲੇਗਾ। ਸੰਗਤ ਵਿੱਚ ਆਉਣ ਨਾਲ ਹੀ ਤੇਰਾ ਅਹੰਕਾਰ ਖਤਮ ਹੋਵੇਗਾ। ਕਾਮ ਕ੍ਰੋਧ ਮੋਹ ਅਤੇ ਲੋਭ ਰੂਪੀ ਇਹ ਕੁੱਤਾ ਤੇਰੇ ਅੰਦਰੋਂ ਨਿਕਲ ਜਾਵੇਗਾ। ਬਿਨਸੈ ਲੋਭ ਸੁਆਨ, ਇਹ ਦੂਰ ਹੋ ਜਾਏਗਾ ਤੇ ਤੇਰਾ ਜੀਵਨ ਜਿਹੜਾ ਹੈ ਉਹ ਸਫਲਾ ਹੋਏਗਾ। ਸਫਲ ਜੀਵਨ ਦੀ ਹੀ ਲੋਕ ਆਸ ਕਰਦੇ ਨੇ ਇਸ ਮਹੀਨੇ 'ਚ। ਅਗਲੀ ਲਾਈਨਾਂ 'ਚ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਕਿ ਸੱਚੇ ਮਾਰਗ ਚੱਲਦੇ ਹਾਂ, ਸੱਚਾ ਹੈ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ। ਇਹ ਜਿਹੜਾ ਰਸਤਾ ਹੈ, ਭਾਵ ਗੁਰੂ ਦੀ ਸਿੱਖਿਆ ਨੂੰ ਸੁਣਨਾ, ਧਾਰਨ ਕਰਨਾ ਤੇ ਵਿਹਾਰ ਵਿੱਚ ਲੈ ਕਰਕੇ ਆਉਣਾ, ਇਹ ਕੀ ਸੱਚਾ ਮਾਰਗ ਹੈ। ਇਸ ਢੰਗ ਨਾਲ ਗੁਰੂ ਸਾਹਿਬ ਵੱਲੋਂ ਦਰਸਾਏ ਹੋਏ ਸੱਚੇ ਰਾਹ 'ਤੇ ਚੱਲਣ ਨਾਲ ਤੇਰੀ ਉਸਤਤ ਸਾਰਾ ਜਹਾਨ ਹੀ ਕਰੇਗਾ। ਭਾਵ ਉੱਚੇ ਸੁੱਚੇ ਆਚਰਨ ਨਾਲ ਸਾਰਾ ਜਹਾਨ ਤੇਰੀ ਵਡਿਆਈ ਕਰੇਗਾ, ਭਾਵ ਤੇਰੀ ਸ਼ੋਭਾ ਹੋਏਗੀ। ਇਹ ਹੀ ਸਿੱਖ ਵਾਸਤੇ ਮੁਕਤੀ ਹੈ ਜੀਵਤ। ਮਰੇ ਹੋਏ ਦੀ ਮੁਕਤੀ ਦੀ ਗੱਲ ਗੁਰਬਾਣੀ ਨਹੀਂ ਕਰਦੀ। ਮੁਏ ਹੋਏ ਕੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਇਹ ਨਾਮਦੇਵ ਜੀ ਬਹੁਤ ਪਹਿਲੇ ਕਹਿ ਗਏ ਨੇ। ਸਿੱਖ ਵੀ ਇਸੇ ਤਰ੍ਹਾਂ ਹੀ ਜੀਵਨ ਮੁਕਤ ਦੀ ਗੱਲ ਹੀ ਕਰਦਾ ਹੈ। ਅਗਲੀਆਂ ਲਾਈਨਾਂ ਵਿੱਚ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ, 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਹੇ ਪ੍ਰਾਣੀ, ਗੁਰੂ ਦੀ ਸਿੱਖਿਆ ਤੇ ਚੱਲਦੇ ਹੋਏ ਉਸ ਦੀ ਖਲਕਤ ਨਾਲ ਪਿਆਰ ਕਰਨ ਨਾਲ ਤੈਨੂੰ ਇਹ ਸਾਰੇ ਫਲ ਜਿਨ੍ਹਾਂ ਨੂੰ ਤੂੰ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਪ੍ਰਾਪਤ ਹੋਣੇ ਮੰਨਦਾ ਹੈ, ਇਹ ਤਾਂ ਹੋਣੇ ਹੀ ਹੋਣੇ। ਇਸ ਤੋਂ ਇਲਾਵਾ ਹੋਰ ਵੀ ਜਿੰਨੇ ਸਾਰੇ ਹੀ ਪੁੰਨਾਂ ਦਾ ਲਾਭ ਤੈਨੂੰ ਗੁਰੂ ਦੀ ਸਿੱਖਿਆ 'ਤੇ ਚੱਲਣ ਨਾਲ ਪ੍ਰਾਪਤ ਹੋਵੇਗਾ। ਧਿਆਨ ਦਿਆ ਜੇ ਕਿ ਗੁਰੂ ਸਾਹਿਬ ਜੋ ਕਲਪਿਤ 68 ਤੀਰਥ 'ਤੇ ਇਸ਼ਨਾਨ ਕਰਨ ਨਾਲ ਲਾਭ ਮਿਲਦੇ ਹਨ, ਉਹਨਾਂ ਵੱਲ ਧਿਆਨ ਨਹੀਂ ਦਿਵਾਰੇ, ਪਰ ਇਸ ਸਮਾਜ ਨੇ ਇੱਕ ਪੁੰਜ ਬਣਾ ਰੱਖਿਆ, ਇੱਕ ਪੈਕੇਜ ਬਣਾ ਰੱਖਿਆ ਕਿ ਇੰਨੇ ਤੀਰਥਾਂ ਦਾ ਇਸ਼ਨਾਨ ਕਰੋਗੇ ਤੇ ਇਹ ਲਾਭ ਮਿਲ ਜਾਏਗਾ। ਪਰ ਮੇਰੇ ਗੁਰੂ ਸਾਹਿਬ ਕਹਿਣ ਲੱਗੇ ਕਿ 68 ਤੀਰਥ ਜੇ ਨਾ ਆਵੈ ਉਤਰੈ ਨਾਹੀ ਮੈਲ। ਸੋ ਇੱਥੇ ਗੁਰੂ ਸਾਹਿਬ 68 ਤੀਰਥਾਂ ਦੇ ਇਸ਼ਨਾਨ ਦੀ ਪ੍ਰੇਰਨਾ ਨਹੀਂ ਦੇ ਰਹੇ। ਗੁਰਬਾਣੀ ਵਿਰੋਧਾਭਾਸੀ ਨਹੀਂ ਹੈ, ਪਰ ਜੋ ਸਮਾਜ ਦੇ ਵਿੱਚ ਜਿਸ ਗੁਠੜੀ ਦੇ ਵਿੱਚ ਉਹ ਜਿਸ ਆਪਾਂ ਕਈ ਗੰਢ ਦੇ ਵਿੱਚ ਉਹ ਗੁਣਾਂ ਨੂੰ ਬੰਨ੍ਹੀ ਫਿਰਦੇ ਹੈ,
ਵੀ ਇਹਦੇ ਵਿੱਚ ਇਸ ਪੈਕੇਜ ਵਿੱਚ ਆਹ ਕੁਛ ਹੈ। ਗੁਰੂ ਸਾਹਿਬ ਕਹਿਣ ਲੱਗੇ ਉਹਨਾਂ ਇਸ਼ਨਾਨਾਂ ਕਰਨ ਨਾਲ ਤੈਨੂੰ ਮਿਲਣਾ ਕਿ ਨਹੀਂ ਮਿਲਣਾ, ਪਰ ਜਦੋਂ ਸੰਗਤ ਵਿੱਚ ਆਏਗਾ, ਗੁਰੂ ਦੀ ਗੱਲ ਸੁਣੇਗਾ, ਵਿਚਾਰੇਗਾ ਤੇ ਚੱਲੇਗਾ, ਇਹ ਲਾਭ ਤੈਨੂੰ ਮਿਲਣੇ ਨਿਸ਼ਚਿਤ ਹੈ। ਇਹ ਤਾਂ ਮਿਲਣਗੇ, ਹੋਰ ਹੀ ਬੜਾ ਕੁਝ ਮਿਲੇਗਾ। ਪਰ ਇਹ ਗੱਲ ਗੁਰੂ ਸਾਹਿਬ ਸਾਨੂੰ ਇਹ ਦ੍ਰਿੜ ਕਰਾ ਰਹੇ ਹਨ ਕਿ ਗੁਰੂ ਆਪ ਦਇਆ ਕਰਦਾ ਹੈ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਜਿਸ 'ਤੇ ਉਹ ਪਰਮਾਤਮਾ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਉਸੇ ਨੂੰ ਹੀ ਇਹ ਸੋਝੀ ਪ੍ਰਾਪਤ ਹੁੰਦੀ ਹੈ, ਉਹ ਹੀ ਪ੍ਰਾਣੀ ਸੂਝਵਾਨ ਹੋ ਸਕਦਾ ਹੈ। ਅਗਲੀਆਂ ਲਾਈਨਾਂ ਵਿੱਚ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਸ ਪ੍ਰਾਣੀ ਨੇ ਇਸ ਤਰ੍ਹਾਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਗੁਰੂ ਨੂੰ ਪਾ ਲਿਆ ਹੈ। ਪੰਚਮ ਪਿਤਾ ਕਹਿ ਰਹੇ ਹਨ ਕਿ ਸਾਨੂੰ ਕਿ ਮੈਂ ਉਹਨਾਂ ਪ੍ਰਾਣੀਆਂ 'ਤੇ ਕੁਰਬਾਨ ਜਾਣਾ ਹਾਂ। ਨਾਨਕ ਤਿੰਨ ਕੁਰਬਾਨ, ਜਿਨ੍ਹਾਂ ਨੇ ਇਸ ਤਰ੍ਹਾਂ ਸੰਗਤ ਵਿੱਚ ਆ ਕਰ ਕੇ ਗੁਰੂ ਦੀ ਸਿੱਖਿਆ ਨੂੰ ਸਾਂਝਾ ਕੀਤਾ ਔਰ ਉਸ 'ਤੇ ਚੱਲਣਾ ਕੀਤਾ, ਮੈਂ ਉਹਨਾਂ 'ਤੇ ਕੁਰਬਾਨ ਜਾਣਾ ਹਾਂ। ਮਾਘ ਸੁੱਚੇ ਸੇ ਕਾਂਢੀਏ, ਜਿਨ ਪੂਰਾ ਗੁਰ ਮਿਹਰਵਾਨ। ਇੱਥੇ ਗੁਰੂ ਸਾਹਿਬ ਮਾਘ ਮਹੀਨੇ ਨੂੰ, ਉਹਦੇ ਨਾਮ ਨੂੰ ਬਖਸ਼ਿਸ਼ ਕਰਦੇ ਹਨ, ਜਾਂ ਉਸ ਦੇ ਘਰ ਵਿੱਚੋਂ ਸਾਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਨ, ਜਿਸ 'ਤੇ ਮੇਰਾ ਗੁਰੂ ਕਿਰਪਾ ਕਰਦਾ ਹੈ, ਉਹ ਹੀ ਸੁੱਚੇ ਹੋ ਸਕਦੇ ਹਨ। ਨਹੀਂ ਤਾਂ ਕਲਪਿਤ 68 ਤੀਰਥਾਂ 'ਤੇ ਇਸ਼ਨਾਨ ਨਾਲ ਪਵਿੱਤਰ ਹੋਣ ਦੀ ਗੱਲ ਗੁਰੂ ਸਾਹਿਬ ਨਹੀਂ ਕਰਦੇ। ਔਰ ਸੁੱਚੇ ਹੋਣ ਦਾ ਰਾਹ ਸਾਨੂੰ ਗੁਰੂ ਸਾਹਿਬ ਐਸੇ ਹੀ ਬਾਣੀ ਵਿੱਚ ਦ੍ਰਿੜ ਕਰਾ ਰਹੇ ਹਨ। ਹਰ ਕਾ ਨਾਮ ਧਿਆਏ ਸੁਨ, ਸਭਨਾ ਨੂੰ ਕਰ ਦਾਨ। ਇਹ ਸਿੱਖ ਦਾ ਕਰਮ ਹੈ। ਅੱਜ ਦੇ ਦਿਨ ਦ੍ਰਿੜ ਕਰਨਾ ਹੈ ਕਿ ਸੰਗਤ ਵਿੱਚ ਆ ਕਰਕੇ ਆਪ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਹੈ ਅਤੇ ਹੋਰਨਾਂ ਨੂੰ ਧਾਰਨ ਕਰਨ ਲਈ ਪ੍ਰੇਰਿਤ ਕਰਨਾ ਹੈ। ਅਤੇ ਇਹ ਹੀ ਸਿੱਖੀ ਵਾਸਤੇ ਸਿੱਖੀ ਦਾ ਰਾਸਤਾ ਹੈ, ਇਹ ਹੀ ਮੁਕਤੀ ਦਾ ਰਾਸਤਾ ਹੈ। ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।